सो ਅਸੀਂ ਪੂਰੀ ਆਪਣੀ ਵੱਲੋਂ ਤਿਆਰੀ ਕੀਤੀ ਸੀ, ਪਰ ਸਤਿਗੁਰੂ ਨੇ ਬੜੀ ਕਿਰਪਾ ਬਖਸ਼ੀ ਤਾਂ ਇਹ ਕੇਸ ਜਿਹੜਾ ਸੀ ਇਹ ਅਸੀਂ ਸਫਲ ਹੋਏ ਇਸ ਕੇਸ ਦੇ ਵਿੱਚ। ਪਰ ਮੈਂ ਥੋੜਾ ਪਿੱਛੇ ਨੂੰ ਜਾਣਾ ਚਾਹੁੰਦਾ ਹਾਂ, ਥੋੜਾ ਜਾਣਕਾਰੀ ਦੇਣ ਵਾਸਤੇ ਜਿਹੜੇ ਪਰਿਵਾਰ ਨੇ ਬੇਨਤੀ ਕੀਤੀ ਹੈ। ਸੋ ਤਕਰੀਬਨ 17 ਦਸੰਬਰ ਨੂੰ ਪਿਛਲੇ ਸਾਲ 2020 ਜਿਹੜਾ ਡੋਮਿਨਿਕ ਰੈਬ ਸੀ ਉਹ ਵਾਪਸ ਇੱਥੇ ਇੰਗਲੈਂਡ ਆਇਆ ਸੀ। ਕੁਝ ਬੰਦੇ ਇਹ ਕਹਿ ਰਹੇ ਕਿ ਇੱਕ ਦਿਨ ਪਹਿਲਾਂ ਆਇਆ ਸੀ, ਪਰ ਸਾਡੀ ਜਾਣਕਾਰੀ ਮੁਤਾਬਕ ਉਹ ਉਸ ਦਿਨ ਵਾਪਸ ਆਇਆ ਜਿਸ ਦਿਨ ਇਹ ਜਿਹੜਾ ਕੇਸ ਸੀ, ਜਿਹੜੇ ਮੁੰਡਿਆਂ ਨੂੰ ਆਪਣੇ ਘਰਾਂ ਦੇ ਵਿੱਚ ਛਾਪਾ ਮਾਰ ਕੇ ਪੁਲਿਸ ਨੇ ਫੜ ਕੇ ਉਹਨਾਂ ਨੂੰ ਕੋਰਟ ਲੈ ਕੇ ਗਏ ਸੀ। ਸੋ ਉਸ ਦਿਨ ਉਹ ਵਾਪਸ ਆਇਆ ਸੀ ਸਾਡੇ ਜਾਣਕਾਰੀ ਮੁਤਾਬਕ। ਤਾਂ ਸਾਡਾ ਕੇਸ ਇਹੀ ਸੀ ਕਿ ਇਹ ਜਾਣ ਬੁੱਝ ਕੇ ਦੋ ਸਰਕਾਰਾਂ ਰਲ ਮਿਲ ਕੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਨੂੰ ਇਹ ਕੇਸ ਦੇ ਵਿੱਚ ਸ਼ੁਰੂ ਕਰਨਾ। ਤਾਂ ਡੋਮਿਨਿਕ ਰਾਬ ਉੱਥੋਂ ਉਸ ਵੇਲੇ ਚਲਿਆ ਜਦੋਂ ਇਹ ਮਤਲਬ ਕਿ ਇੰਗਲੈਂਡ ਦੀ ਕੋਰਟ ਨੇ ਜਿਹੜਾ ਵਾਰੰਟ ਸੀ ਉਹ ਐਕਸੀਕਿਊਟ ਕੀਤਾ। ਸੋ ਇਹ ਜਾਣਬੁੱਝ ਕੇ ਸਾਰੀ ਸਾਜ਼ਿਸ਼ ਸੀ। ਤਾਂ ਜਦੋਂ ਉਹ ਮਤਲਬ ਇਹ ਸਾਰਾ ਪ੍ਰੋਗਰਾਮ ਆਰੰਭ ਹੋ ਗਿਆ, ਕੋਰਟ ਦੇ ਵਿੱਚ ਸਬੂਤ ਉਹਨਾਂ ਨੂੰ ਮਿਲ ਗਿਆ, ਤਾਂ ਉਸ ਵੇਲੇ ਫਿਰ ਉਹ ਦਿੱਲੀ ਤੋਂ ਉਹਦੀ ਫਲਾਈਟ ਸੀ ਵਾਪਸ ਹੋਣ ਨੂੰ। ਸੋ 5 ਵਜੇ ਸਵੇਰ ਨੂੰ 5:30 ਵਜੇ ਮੈਨੂੰ ਪਹਿਲਾਂ ਫੋਨ ਆਇਆ। ਮੈਂ ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿਉਂਕਿ ਭੈਣ ਜੀ ਨੇ ਟੀਵੀ ਦੇ ਵਿੱਚ KTV ਤੇ ਉਹਨਾਂ ਨੇ ਕੁਝ ਬਿਆਨ ਦਿੱਤੇ ਸੀ, ਤਾਂ ਕਈ ਵਾਰੀ ਅਸੀਂ ਸੋਚਦਾ ਕਿ ਕਿਵੇਂ ਹੋ ਸਕਦਾ ਕਿ ਇਸ ਤਰ੍ਹਾਂ ਹੋਇਆ। ਪਰ ਇਹ 5:30 ਦੀ ਗੱਲ ਆ ਜਦੋਂ ਮੈਨੂੰ ਪਹਿਲਾ ਵਾਰੀ ਫੋਨ ਆਇਆ। ਤਾਂ ਸਵੇਰ ਨੂੰ ਉਹਨਾਂ ਨੇ ਮੈਨੂੰ ਇਹ ਦੱਸਿਆ ਸੀ ਕਿ ਸਿੰਘ ਜਿਹੜੇ ਆ ਉਹਨਾਂ ਨੂੰ ਚੱਕ ਕੇ ਲੈ ਗਏ। ਹਾਲੇ ਤਕਰੀਬਨ ਪੁਲਿਸ ਦੇ ਗੱਡੀ ਦੇ ਵਿੱਚ ਹੀ ਸੀ ਜਦੋਂ ਮੈਨੂੰ ਫੋਨ ਆਇਆ। ਤਾਂ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਪੁਲਿਸ ਕੀ ਕਹਿ ਰਹੀ। ਤਾਂ ਉਹਨਾਂ ਨੇ ਇਹ ਦੱਸਿਆ ਕਿ ਸਾਨੂੰ ਬਸ ਇਹੀ ਦੱਸਿਆ ਕਿ ਉਹਨਾਂ ਨੂੰ ਭਾਰਤ ਲੈ ਕੇ ਚੱਲਿਆ ਤਾਂ ਜਹਾਜ਼ ਤਿਆਰ ਆ। ਸੋ ਉਹਨਾਂ ਨੂੰ ਉਸ ਵੇਲੇ ਪੁਲਿਸ ਨੇ ਸੱਚਾਈ ਨਹੀਂ ਦੱਸੀ, ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਲੈ ਗਏ। ਤਾਂ ਸਾਨੂੰ ਇਹ ਵੀ ਨਹੀਂ ਸੀ ਦੱਸਿਆ ਕਿ ਕਿੱਥੇ ਲੈ ਕੇ ਜਾਣਾ। ਪਰ ਸਾਡੀ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਭਾਰਤ ਦੀ ਗੱਲ ਕਰਦੇ ਆ, ਸਾਨੂੰ ਪਤਾ ਸੀ ਕਿ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਉਹਨਾਂ ਨੂੰ ਲੈ ਕੇ ਜਾਣਾ। ਤਾਂ ਸਭ ਤੋਂ ਧੰਨਵਾਦੀ ਅਸੀਂ ਉਹਨਾਂ ਦੇ ਨੌਜਵਾਨਾਂ ਦੇ ਹਨ ਜਿਨ੍ਹਾਂ ਨੇ ਕਹਿ ਲਓ 8 ਵਜੇ ਤੱਕ ਸਾਡੀ ਪੂਰੀ ਵਕਾਲਤੀ ਟੀਮ ਤਿਆਰ ਹੋ ਗਈ ਸੀ ਅਤੇ ਜਿਨ੍ਹਾਂ ਸਿੰਘਾਂ ਨੇ ਬੜਾ ਉਸ ਵੇਲੇ ਜੋਸ਼ ਦੇ ਨਾਲ ਕਹਿ ਲਓ ਬਰਮਿੰਘਮ ਤੋਂ, ਵੁਲਵਰਹੈਂਪਟਨ ਤੋਂ, ਹੈਈਜ਼, ਸਾਊਥੋ, ਲੀਡਸ, ਬ੍ਰੈਡਫੋਰਡ, ਲੈਸਟਰ ਤੋਂ, ਕੋਵੈਂਟਰੀ ਤੋਂ ਇੰਨੇ ਮੁੰਡੇ ਇਕੱਠੇ ਹੋਏ ਤਾਂ ਉੱਥੇ ਕੋਰਟ ਅਦਾਲਤ ਦੇ ਵਿੱਚ ਪਹੁੰਚੇ। ਕਿਸੇ ਵੀ ਕਤਲ ਦੇ ਕੇਸ ਦੇ ਵਿੱਚ ਜ਼ਮਾਨਤ ਮਿਲਣੀ ਬੜੀ ਔਖੀ ਚੀਜ਼ ਆ, ਸਾਨੂੰ ਸਾਰਿਆਂ ਨੂੰ ਪਤਾ ਆ। ਉਹਨਾਂ ਨੇ ਇੱਕ ਅੱਤਵਾਦੀ ਦਾ ਵੀ ਕੇਸ ਲਾਇਆ ਸੀ ਉਹਨਾਂ ਦੇ ਖਿਲਾਫ। ਸੋ ਮੈਂ ਇੰਨਾ ਕਹਿ ਸਕਦਾ ਕਿ ਇੰਨੇ ਜ਼ਮਾਨਤ ਲਈ ਜਿਹੜੇ ਮਾਇਆ ਇਕੱਠੀ ਹੋਈ ਸੀ ਉਸ ਵੇਲੇ, ਬਿਨਾਂ ਕਿਸੇ ਬੰਦੇ ਨੂੰ ਪੁੱਛਣ ਤੋਂ ਬਿਨਾਂ ਵੀ ਜਿੰਨਾ ਸਾਡੇ ਘਰਾਂ ਦੀ ਵੈਲਿਊ ਆ ਉਹਨਾਂ ਹਿਸਾਬ ਲਾ ਲਓ ਕਿ ਇੱਕ ਸਿੰਘ ਦਾ ਉਹਨਾਂ ਪੈਸੇ ਰੱਖਣੇ ਪਏ ਜ਼ਮਾਨਤ ਵਾਸਤੇ। ਇੱਕ ਸਿੰਘ ਦਾ ਮੇਰੇ ਨਾਲ ਫੋਨ ਆਇਆ ਸੀ, ਨਾ ਉਹ ਸਿੰਘਾਂ ਨੂੰ ਜਾਣਦਾ ਸੀ ਨਾ ਮੈਨੂੰ ਜਾਣਦਾ ਸੀ, ਪਰ ਉਸ ਬੰਦੇ ਨੇ ਜਿੰਨੇ ਪੈਸੇ ਪਾਏ ਇਹਦੇ ਵਿੱਚ ਮੈਂ ਤਾਂ ਹੈਰਾਨ ਆ। ਬਿਨਾਂ ਕਿਸੇ ਪੁੱਛਣ ਤੋਂ ਬਿਨਾਂ ਫੋਨ ਆਇਆ, ਉਹਨੂੰ ਇਹੀ ਪੁੱਛੇ ਸੀ ਕਿੱਥੇ ਪੈਸੇ ਪਾਉਣੇ ਆ। ਸੋ ਇੱਦਾਂ ਸੰਗਤ ਨੇ ਸਾਡੀ ਸਾਥ ਦਿੱਤਾ ਉਸ ਸਮੇਂ ਦੇ ਵਿੱਚ। ਤੋ ਗਾਹਾਂ ਜਿਹੜਾ ਕੇਸ ਚੱਲਿਆ ਉਹ ਅਸੀਂ ਕਹਿੰਦੇ ਕਿ ਬੜੀ ਮੰਦਭਾਗੀ ਗੱਲ ਆ ਕਿ ਸਾਨੂੰ ਇੱਕ ਹਨੇਰੇ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਇੱਥੇ ਦੀ ਸਰਕਾਰ ਜਿਹੜੀ CPS ਉਹਨਾਂ ਵੱਲੋਂ ਇਹ ਕੇਸ ਜਿਹੜਾ ਉਹਨਾਂ ਨੇ ਫਾਈਟ ਕਰਨਾ ਸੀ, ਭਾਵੇਂ ਉਹ ਪਿੱਛੇ ਭਾਰਤ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਮਤਲਬ ਉਹਨਾਂ ਨੇ ਕੇਸ ਕਰਨਾ ਸੀ, ਪਰ ਇੱਥੇ ਦੀ ਜਿਹੜੀ ਵਕਾਲਤੀ ਟੀਮ ਸੀ ਉਹ ਇੱਥੇ ਦੀ CPS ਦੀ ਟੀਮ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਸਾਨੂੰ ਜਿਹੜਾ ਕੇਸ ਜਿਹੜਾ ਉਹਨਾਂ ਨੇ ਬਹੁਤ ਕੁਝ ਸਾਤੋਂ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਕੁਝ ਐਗਜ਼ਾਮਪਲਾਂ ਦੇਵਾਂਗਾ, ਸਮਾਂ ਮੈਂ ਜ਼ਿਆਦਾ ਨਾ ਲਿਆਉਂਗਾ, ਪਰ ਥੋੜੇ ਨੁਕਤੇ ਮੈਂ ਤੁਹਾਨੂੰ ਦੇਵਾਂਗਾ ਤਾਂ ਕਿ ਸੰਗਤ ਨੂੰ ਪਤਾ ਲੱਗੇ ਕਿ ਕੀ ਇਹਨਾਂ ਨੇ ਸਾਡੇ ਨਾਲ ਕੀਤਾ। ਸੋ ਜਿਹੜਾ 2009 ਦੇ ਵਿੱਚ ਰੁਲਦਾ ਸਿੰਘ ਦਾ ਮਰਡਰ ਹੁੰਦਾ, 2009 ਦੇ ਵਿੱਚ ਪਹਿਲਾਂ ਇਹਨਾਂ ਨੇ ਕੁਝ ਬੰਦੇ ਫੜੇ, ਉਹਨਾਂ ਨੂੰ ਛੱਡ ਦਿੱਤਾ ਪੁਲਿਸ ਨੇ। ਫਿਰ ਉਹਨਾਂ ਨੇ ਦੁਬਾਰਾ ਕੁਝ ਹੋਰ ਬੰਦੇ ਫੜੇ, ਜਿਹੜੇ ਉਹ ਬੰਦੇ ਸਨ ਉਹਨਾਂ ਨੂੰ ਫਿਰ 2015 ਦੇ ਵਿੱਚ ਉਹ ਬਰੀ ਹੋਏ ਕੋਰਟ ਅਦਾਲਤ ਦੇ ਵਿੱਚ। ਉਸ ਜਿਹੜੇ ਕੇਸ ਦਾ ਜਿਹੜੇ ਸਾਰੇ ਸਬੂਤ ਸਨ ਉਹਨਾਂ ਨੇ ਅੱਜ ਤੱਕ ਨਹੀਂ ਸਾਨੂੰ ਦਿੱਤਾ। ਜਿਹੜੀ CPS ਆ ਇੱਥੇ ਦੀ ਸਰਕਾਰ, ਉਹਨਾਂ ਨੇ ਜਿਹੜੇ ਡਾਕੂਮੈਂਟ ਸੀ ਉਹ ਸਾਨੂੰ ਦਿੱਤੇ ਨਹੀਂ। ਉਹ ਹਾਲੇ ਤੱਕ ਇੱਕ ਡਾਕੂਮੈਂਟ ਅਸੀਂ ਤਿਆਰ ਕੀਤਾ ਸੀ ਫੈਬਰੂਅਰੀ ਦੇ ਵਿੱਚ, ਕਹਿਣ ਤੋਂ ਭਾਵ 7 ਮਹੀਨੇ ਹੋ ਚੁੱਕੇ। ਉਹਦੇ ਵਿੱਚ ਅਸੀਂ ਲਿਖਿਆ ਵੀ ਸੀ ਕਿ ਸਾਨੂੰ ਪਤਾ ਲੱਗ ਗਿਆ ਕਿ ਇਹ ਡਾਕੂਮੈਂਟ ਹੈਗੇ ਆ, ਇਹ ਕੇਸ ਚੱਲਿਆ, ਪਰ ਉਹਨਾਂ ਨੇ ਕੋਈ ਮਤਲਬ ਦਿੱਤਾ ਨਹੀਂ ਸਾਨੂੰ। ਫਿਰ ਉਸ ਤੋਂ ਬਾਅਦ
उन्होंने ਜਿਹੜੇ ਡਾਕੂਮੈਂਟ ਸੀ ਜਿਹੜੇ ਇੱਕ ਦੋ ਸਿੰਘ ਆ ਜਗਤਾਰ ਸਿੰਘ ਤਾਰਾ ਤਾਂ ਰਮਨਦੀਪ ਸਿੰਘ ਗੋਲਡੀ ਉਹਨਾਂ ਦਾ ਕੇਸ ਚੱਲ ਰਿਹਾ ਇਸ ਮਸਲੇ ਦੇ ਵਿੱਚ ਭਾਵੇਂ ਉਹ ਪੰਜ ਸਿੰਘਾਂ ਦੇ ਕੇਸ ਖਤਮ ਹੋ ਗਿਆ ਪਰ ਫਿਰ ਵੀ ਉਹਨਾਂ ਨੇ ਹੁਣ ਉਸ ਦੋ ਸਿੰਘਾਂ ਤੇ ਕੇਸ ਜਿਹੜਾ ਆਰੰਭ ਕੀਤਾ ਉਹਦਾ ਵੀ ਨਹੀਂ ਸਾਨੂੰ ਕੁਝ ਉਹਨਾਂ ਨੇ ਸਾਨੂੰ ਦੱਸਿਆ ਪਰ ਗੁਰਪਿਆਰੀ ਸਾਧ ਸੰਗਤ ਜੀ ਅਸੀਂ ਕੋਸ਼ਿਸ਼ ਕੀਤਾ ਕਿ ਅਸੀਂ ਆਪਣੀ ਤਿਆਰੀ ਪੂਰੀ ਕੀਤੀ ਜਾਵੇ ਤਾਂ ਡਾਕੂਮੈਂਟ ਉੱਥੋਂ ਅਸੀਂ ਮਿਲ ਕੇ ਅਸੀਂ ਉਹਨਾਂ ਨੂੰ ਸੀਪੀਐਸ ਨੂੰ ਦਿੱਤਾ ਵੀ ਸੀ ਕਿ ਦੇਖੋ ਆ ਸਾਰਾ ਕੇਸ ਜਿਹੜਾ ਆ ਇਹ ਤਾਂ 6 ਸਾਲ ਪਹਿਲਾਂ ਇਹ ਫਿਨਿਸ਼ ਹੋ ਚੁੱਕਾ ਸੋ ਉਸ ਕੇਸ ਦੇ ਵਿੱਚ ਮੈਂ ਕੁਝ ਨੁਕਤੇ ਦੇਣਾ ਚਾਹੁੰਦਾ ਹਾਂ ਉਹਦੇ ਵਿੱਚ ਇਹ ਆ ਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਉਹ ਮੋਨੇ ਆ ਜਿਨ੍ਹਾਂ ਨੇ ਰੌਦਾ ਸਿੰਘ ਦਾ ਮਰਡਰ ਕੀਤਾ ਸਾਡੇ ਜਿਹੜੇ ਤਿੰਨ ਸਿੰਘ ਉਹ ਤਾਂ ਅੰਮ੍ਰਿਤਧਾਰੀ ਆ ਤਾਂ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਮੇਰੇ ਹਿਸਾਬ ਨਾਲ ਤਕਰੀਬਨ 17-18 ਸਾਲ ਤੋਂ ਸਾਰੇ ਜਾਣਦੇ ਹੋ ਕਿ ਉਹ ਅੰਮ੍ਰਿਤਧਾਰੀ ਆ ਫਿਰ ਜਿਹੜੇ ਉਹਨਾਂ ਦੇ ਵਿਟਨੈਸ ਸੀ ਉਸ ਕੇਸ ਦੇ ਵਿੱਚ ਮੈਂ ਕੇਵਲ ਥੋੜੇ ਉਦਾਹਰਨ ਦੇਵਾਂ ਕਿਉਂਕਿ ਵੱਡੀ ਜੱਜਮੈਂਟ ਆ ਉਹਦੇ ਵਿੱਚ ਜਿਹੜਾ ਟੈਕਸੀ ਡਰਾਈਵਰ ਸੀ ਇੱਕ ਉਹ ਗਵਾਹ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਫੜ ਕੇ ਲੈ ਗਏ ਸੀ ਪੁਲਿਸ ਵਾਲੇ ਤਾਂ ਸਾਨੂੰ ਕਹਿ ਦਿੱਤਾ ਸੀ ਕਿ ਜੇ ਤੁਸੀਂ ਘਰ ਨੂੰ ਜਾਣਾ ਤਾਂ ਤੁਸੀਂ ਆਹ ਸਟੇਟਮੈਂਟ ਸਾਈਨ ਕਰ ਦਿਓ ਹੁਣ ਜਿਹੜਾ ਵਿਚਾਰਾ ਫੜ ਕੇ ਲੈ ਗਿਆ ਉਹਨਾਂ ਤੇ ਉਹ ਸਾਈਨ ਕਰਨਾ ਸੀ ਕੀ ਲਿਖਿਆ ਕਹਿੰਦਾ ਕੀ ਨਹੀਂ ਲਿਖਿਆ ਉਹ ਤਾਂ ਮੈਨੂੰ ਪਤਾ ਨਹੀਂ ਤਾਂ ਉਹਨੇ ਅਦਾਲਤ ਦੇ ਵਿੱਚ ਇਹ ਜਿਹੜਾ ਬਿਆਨ ਦਿੱਤਾ ਸੀ ਜਿਹੜਾ ਰੋਲਦਾ ਦਾ ਮੁੰਡਾ ਸੀ ਉਸ ਵੇਲੇ ਜਦੋਂ ਉਹਨੂੰ ਸ਼ੂਟ ਕੀਤਾ ਉਹ ਹਸਪੀਟਲ ਦੇ ਵਿੱਚ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਇੱਥੇ ਇਕੱਲਾ ਸੀ ਪਰ ਹੈਰਾਨੀ ਦੀ ਗੱਲ ਆ ਕਿ ਜਿਹੜਾ ਉਹਦਾ ਸਨ ਇਨ ਲੋ ਸੀ ਰੋਲਦਾ ਦਾ ਉਹ ਕਹਿੰਦਾ ਮੈਂ ਉਸ ਵੇਲੇ ਉੱਥੇ ਸੀ ਸੋ ਇਹਨਾਂ ਦੀਆਂ ਝੂਠੀਆਂ ਗਵਾਹੀਆਂ ਬਣਾ ਕੇ ਉਹਨਾਂ ਨੇ ਕੇਸ ਪੇਸ਼ ਕੀਤਾ ਤਾਂ ਰੋਲਦਾ ਦਾ ਜਿਹੜਾ ਸਨ ਇਨ ਲੋ ਉਹ ਕਹਿੰਦਾ ਕਿ ਮੈਨੂੰ ਦੱਸਿਆ ਗਿਆ ਕਿ ਇਹ ਕਿਹੜੇ ਬੰਦੇ ਆ ਰੋਲਦੇ ਨੇ ਮੈਂ ਉਹ ਲਿਖਿਆ ਨਾ ਜਿਹੜੇ ਬੰਦਿਆਂ ਨੇ ਇਹ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤਾ ਪਰ ਉਸ ਵੇਲੇ ਜਿਹੜਾ ਡਾਕਟਰ ਆ ਉਹਨੇ ਗਵਾਹੀ ਦਿੱਤੀ ਕਿ ਇਹ ਬੇਹੋਸ਼ ਸੀ ਇਹਨੂੰ ਸੋਧੀ ਕੋਈ ਨਹੀਂ ਸੀ ਸੋ ਇਹਨਾਂ ਦੇ ਝੂਠੇ ਜਿਹੜੇ ਗਵਾਹੀਆਂ ਬਣਾ ਕੇ ਉਹਨਾਂ ਨੇ ਪੇਸ਼ ਪਰ ਜਦੋਂ ਅਦਾਲਤ ਦੇ ਵਿੱਚ ਗਿਆ ਉਸ ਵੇਲੇ ਸਾਰੀਆਂ ਚੀਜ਼ਾਂ ਜਗਜਾਰ ਹੋਈਆਂ ਤਾਂ ਜਿਹੜੇ ਉਹ ਪੰਜ ਸਿੰਘ ਸਨ ਉਹ ਬਰੀ ਹੋਏ ਤਾਂ ਜਿਹੜੇ ਡਾਇਰੀ ਦੇ ਵਿੱਚ ਜੱਜ ਨੇ ਬੜਾ ਉਸ ਵੇਲੇ ਸੈਸ਼ਨ ਜੱਜ ਸੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਡਾਇਰੀ ਬਾਰੇ ਕਿ 28 ਜੁਲਾਈ 2009 ਦੇ ਵਿੱਚ ਰੋਲਦਾ ਸਿੰਘ ਦਾ ਕਤਲ ਹੁੰਦਾ ਤਾਂ 5 ਸਤੰਬਰ ਨੂੰ ਤਕਰੀਬਨ 6 ਹਫ਼ਤੇ ਬਾਅਦ ਇਹ ਡਾਇਰੀ ਜਿਹੜੀ ਆ ਇਹ ਸਾਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ 6 ਹਫ਼ਤੇ ਜਿਹੜਾ ਬੰਦਾ ਸਨ ਇਨ ਲੋ ਹੋਵੇ ਜੇ ਉਹਦੇ ਕੋਲ ਡਾਇਰੀ ਹੋਵੇ ਉਹ ਕਿਵੇਂ ਹੋ ਸਕਦਾ ਕਿ 6 ਹਫ਼ਤੇ ਉਹ ਗੁੰਮ ਰਹੀ ਹੋਵੇ ਸੋ ਇਸ ਤਰ੍ਹਾਂ ਜੱਜ ਨੇ ਅਖੀਰ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਪੂਰਾ ਕੇਸ ਆ ਇਸ ਤਰ੍ਹਾਂ ਜਿਵੇਂ ਕੋਈ ਹਨੇਰੇ ਦੇ ਵਿੱਚ ਪੁਲਿਸ ਹੋਵੇ ਤਾਂ ਹਨੇਰੇ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤਾ ਕਿ ਜਿਹੜੇ ਸਬੂਤ ਆ ਇਕੱਠੇ ਕਰਨ ਨੂੰ ਪਰ ਜਦੋਂ ਹਨੇਰੇ ਦੇ ਵਿੱਚ ਕੀ ਦਿਸ ਸਕਦਾ ਤੁਹਾਨੂੰ ਆਪ ਪਤਾ ਇਸ ਤਰ੍ਹਾਂ ਕਹਿੰਦੇ ਉਹ ਕੇਸ ਤਿਆਰ ਕੀਤਾ ਗਿਆ ਤਾਂ ਉਹਨਾਂ ਨੇ ਇੰਗਲਿਸ਼ ਦੇ ਵਿੱਚ ਹੁੱਕੋ ਖਰੋਕ ਕਹਿ ਲਈਏ ਇਹਨਾਂ ਨੇ ਕੋਸ਼ਿਸ਼ ਕੀਤਾ ਕਿ ਠੋਕਿਆ ਜਾਵੇ ਕੇਸ ਇਹ ਪੰਜ ਸਿੰਘਾਂ ਤੇ ਸੋ ਇਹ ਜਿਹੜਾ ਕੇਸ ਸੀ ਉਹ ਸਾਡੇ ਸਾਹਮਣੇ ਨਹੀਂ ਰੱਖਿਆ ਗਿਆ ਬਾਕੀ ਗੱਲ ਰਹੀ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਅਦਾਲਤ ਦੇ ਵਿੱਚ ਅਸੀਂ ਤਾਂ ਪੂਰੀ ਤਿਆਰੀ ਕੀਤੀ ਸੀ ਸਾਡਾ ਅਸੀਂ ਇਹ ਚਾਹੁੰਦੇ ਸੀ ਕਿ ਪੂਰਾ ਕੇਸ ਹੋਵੇ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ 3-4 ਸਾਲਾਂ ਤੋਂ ਜਿਹੜੀ ਇੰਗਲੈਂਡ ਦੀ ਸਰਕਾਰ ਆ ਜਿਹੜੇ ਇੱਥੇ ਦੇ ਅਦਾਲਤ ਹਨ ਉਹ ਇਹ ਕਹਿ ਰਹੇ ਕਿ ਮਨੁੱਖੀ ਅਧਿਕਾਰਾਂ ਦਾ ਪੰਜਾਬ ਦੇ ਵਿੱਚ ਕੋਈ ਘਾਣ ਨਹੀਂ ਹੋ ਰਿਹਾ ਜਿਹੜੇ ਪ੍ਰਿਜ਼ਨ ਕੰਡੀਸ਼ਨਸ ਆ ਉੱਥੇ ਕੋਈ ਨੁਕਸਾਨ ਨਹੀਂ ਤਾਂ ਜੋ ਵੀ ਭਾਰਤ ਦੀ ਸਰਕਾਰ ਨੇ ਸਾਨੂੰ ਇਹ ਦਿੱਤੇ ਆ ਵਾਅਦੇ ਕੀਤੇ ਆ ਕਿ ਅਸੀਂ ਹੋਰ ਕੇਸ ਨਾ ਠੋਕਾਂਗੇ ਜਾਂ ਜਿਹੜੀ ਹੈਗੀ ਡੈਥ ਪੈਨਲਟੀ ਜਾਂ ਜੋ ਵੀ ਉੱਥੇ ਹਾਲਾਤ ਆ ਪੰਜਾਬ ਦੇ ਵਿੱਚ ਪ੍ਰਿਜ਼ਨਾਂ ਦੇ ਵਿੱਚ ਕੋਈ ਇਹਨਾਂ ਦਾ ਟੌਰਚਰ ਨਹੀਂ ਹੋਣਾ ਉਹ ਪੂਰਾ ਉਹਨਾਂ ਤੇ ਵਿਸ਼ਵਾਸ ਆ ਪਰ ਸਾਡੇ ਕੋਲ ਜਿਹੜੇ ਸਬੂਤ ਅਸੀਂ ਇਕੱਠੇ ਕੀਤੇ ਸੀ ਉਹਦੇ ਵਿੱਚ ਪੂਰਾ ਸਪਸ਼ਟ ਹੁੰਦਾ ਕਿ ਇਹਨਾਂ ਨੇ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਪਰ ਉਸ ਵੇਲੇ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਜਿਹੜੇ ਸਿੰਘ ਜੇਲ੍ਹ ਦੇ ਵਿੱਚ ਜਾਂ ਪੁਲਿਸ ਜਿਹੜੀ ਫੜ ਕੇ ਜਦੋਂ ਸਵਾਲ ਜਵਾਬ ਕਰਦੇ ਹਨ ਉਹਨਾਂ ਦੇ ਵਿੱਚ ਉਹ ਪੂਰਾ ਸਾਡੇ ਕੋਲ ਸਬੂਤ ਸੀ ਕਿ ਇਹ ਸਾਰਾ ਕੰਮ ਹੁੰਦਾ ਹੈ ਤਾਂ ਜੇ ਇਹ ਸਬੂਤ ਪੇਸ਼ ਹੁੰਦਾ ਅਦਾਲਤ ਦੇ ਵਿੱਚ ਤਾਂ ਇਹ ਇੱਕ ਪ੍ਰੈਸੀਡੈਂਟ ਬਣ ਜਾਣਾ ਸੀ ਕਿ ਕੀ ਉੱਥੇ ਹਾਲਾਤ ਹਨ ਪਰ ਖੈਰ ਇੰਡੀਆ ਦੀ ਸਰਕਾਰ ਨੇ ਉਸ ਵੇਲੇ ਇਹ ਫੈਸਲਾ ਕੀਤਾ ਕਿ ਇਹ ਕੇਸ ਵਾਪਸ ਲਿਆ ਜਾਵੇ ਸੋ ਅਖੀਰ ਦੇ ਵਿੱਚ ਮੈਂ ਕੁਝ ਜਿਹੜੇ ਧੰਨਵਾਦ ਕਰਨਾ ਚਾਹੁੰਦਾ ਹਨ ਖਾਸ ਤੌਰ ਤੇ ਸਾਡੇ ਜਿਹੜੀ ਵਕੀਲ 2-3 ਘੰਟਿਆਂ ਦੇ ਵਿੱਚ ਪੂਰੀ ਟੀਮ ਸਾਡੀ ਤਿਆਰ ਹੋ ਗਈ ਸੀ ਦਸੰਬਰ ਦੇ ਵਿੱਚ ਉਹ ਦੋ ਵਕੀਲ ਸੀ ਦੋ ਸਿੰਘਾਂ ਦੇ ਗੈਰਫ ਪੇਸ ਤਾਂ ਲਾਲੀ ਕ੍ਰੂਜ਼ੋ ਬੇਨਬਰਗ ਪੇਸ ਤੋਂ ਸੀ ਤਾਂ ਮੌਕ ਸਮਰਸ ਕਿਊਸੀ ਗ੍ਰੇਹਮ ਹੋਲ ਜੇਮਸ ਸਟੈਨਫੋਰਡ ਤਾਂ ਦਾਸ ਸਾਡੀ ਟੀਮ ਸੀ
SKO ਲੀਗਲ ਸਲਿਸਟਰਸ ਤੋਂ ਐਡਵਰਡ ਫਿਸ਼ਚਰਲ ਤਾਂ ਫਲੋਰੈਂਸ ਈਵਸਨ। ਤਾਂ ਜਿਹੜੇ ਐਕਸਪਰਟ ਸੀ ਉਹਨਾਂ ਦਾ ਮੈਂ ਧੰਨਵਾਦੀ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਉਹਨਾਂ ਨੇ ਬੜਾ ਸਾਥ ਦਿੱਤਾ। ਉਹ ਸਾਵੇਂ ਅਲਫਾਬੈਟਿਕਲੀ ਨਾਂ ਤੇ ਉਹਨਾਂ ਦਾ ਨਾਮ ਮੈਂ ਦੇਵਾਂਗਾ, ਇਹ ਨਹੀਂ ਕਿ ਸਾਰਿਆਂ ਨੇ ਬਹੁਤ ਸਾਥ ਦਿੱਤਾ। ਸੋ ਐਡਵੋਕੇਟ ਅਰਜਨ ਸ਼ੈਰੋਨ, ਐਡਵੋਕੇਟ ਪ੍ਰਜਿੰਦਰ ਸਿੰਘ ਸੋਢੀ, ਐਡਵੋਕੇਟ ਜਸਪਾਲ ਸਿੰਘ ਮੰਜਪੁਰ, ਐਡਵੋਕੇਟ ਜਸਪ੍ਰੀਤ ਸਿੰਘ USA, ਐਡਵੋਕੇਟ ਸਤਨਾਮ ਸਿੰਘ ਬੈਂਸ, ਐਡਵੋਕੇਟ ਡਾਕਟਰ ਮਾਨੂਅਲ ਫਰੇਰਾ, ਪ੍ਰੋਫੈਸਰ ਮਾਈਕਲ ਗਨੋਪਸਕੀ ਐਂਡ ਰੂਪਰਟ ਸਕਿਲਬੈਕ। ਇਹਨਾਂ ਨੇ ਸਾਨੂੰ ਰਿਪੋਰਟਾਂ ਦਿੱਤੀਆਂ ਸੀ, ਐਕਸਪਰਟ ਰਿਪੋਰਟਾਂ ਦਿੱਤੀਆਂ ਸੀ ਜਿਨ੍ਹਾਂ ਨੇ ਸਾਨੂੰ ਬੜਾ ਸਾਥ ਦਿੱਤਾ ਇਸ ਕੇਸ ਦੇ ਵਿੱਚ। ਤਾਂ ਅਖੀਰ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸੀਂ ਕੋਟਾਨ ਕੋਟ ਧੰਨਵਾਦੀ ਹਨ ਜਿਨ੍ਹਾਂ ਨੇ ਸਾਡੇ ਕਿਰਪਾ ਬਖਸ਼ੀ ਤਾਂ ਇਹ ਮੌਕਾ ਦਿੱਤਾ ਇਹ ਕੇਸ ਕਰਨ ਨੂੰ। ਮੈਂ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਕਰਨਾ ਚਾਹੁੰਦਾ ਹਾਂ, ਉਹ ਜ਼ਰੂਰੀ ਆ ਉਹ ਮਿਸ ਨਾ ਹੋ ਜਾਵੇ, ਕਿਉਂਕਿ 2018 ਦੇ ਵਿੱਚ ਸਿੰਘਾਂ ਦੇ ਘਰਾਂ ਤੇ ਛਾਪੇ ਪਈ ਸੀ, ਰੇਡ ਪਈ ਸੀ। ਤਾਂ ਇਹ ਚੀਜ਼ ਸਾਨੂੰ ਮੈਨੂੰ ਲੱਗਦਾ ਸੀ ਭੁੱਲ ਚੁੱਕੇ ਕਿ ਉਹਨਾਂ ਨਾਲ ਕੀ ਵਾਪਰਿਆ, ਪਰ ਉਹਦੇ ਨਾਲ ਇਹ ਪੂਰਾ ਲਿੰਕ ਹੈ। ਜਿਹੜਾ ਕੇਸ ਪੰਜਾਬ ਦੇ ਵਿੱਚ ਜੱਗੀ ਜੌਹਲ ਦਾ ਕੇਸ ਚੱਲ ਰਿਹਾ ਉਹਦੇ ਨਾਲ ਵੀ ਪੂਰਾ ਲਿੰਕ ਹੈ। ਤਾਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਪੁਲਿਸ ਆ, ਜਿਹੜੀ ਸਿੱਖਾਂ ਵੱਲੋਂ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਇਹ ਚੀਜ਼ ਦਾ ਸਾਨੂੰ ਇਹ ਯਾਦ ਰੱਖਣ ਤਾਂ ਇਹਦੇ ਬਾਰੇ ਸਟੈਪ ਸਾਨੂੰ ਲੈਣ ਦੀ ਜ਼ਰੂਰ ਲੋੜ ਹੈ, ਕਿਉਂਕਿ ਇਹ ਜਿਹੜਾ ਛਾਪਾ ਮਾਰਿਆ ਸੀ ਇਹਨਾਂ ਦੇ ਘਰ ਤੇ ਨਾ ਉਹਦਾ ਕੋਈ ਆਰੰਭ ਸੀ ਤਾਂ ਨਾ ਉਹਦਾ ਕੋਈ ਅੰਤ ਸੀ। ਨਾ ਸਾਨੂੰ ਪਤਾ ਉਹਨਾਂ ਦੇ ਘਰ ਦੇ ਵਿੱਚ ਛਾਪੇ ਕਿਉਂ ਮਾਰੇ ਸੀ, ਨਾ ਸਾਨੂੰ ਪਤਾ ਕਿ ਉਹਦਾ ਰਿਜ਼ਲਟ ਕੀ ਹੋਇਆ। ਚਲੋ ਕਈ ਚੈਨਲਾਂ ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਨੌਜਵਾਨ ਹਨ ਉਹ ਨੌਜਵਾਨ ਤਬਕਾ ਥੋੜਾ ਗਰਮ ਹੈ ਤਾਂ ਪੁਲਿਸ ਦੇ ਨਾਲ ਇਹ ਕੁਝ ਕੰਮ ਕਰਨ ਦੀ ਲੋੜ ਹੈ। ਇਹ ਤਾਂ ਮੈਂ ਮੰਨਦਾ ਕਿ ਉਹਨਾਂ ਨਾਲ ਵਿਚਾਰ ਕਰਨ ਦੀ ਲੋੜ ਆ, ਪਰ ਸਾਨੂੰ ਉਹਨਾਂ ਨੂੰ ਅਕਾਊਂਟੇਬਿਲਟੀ ਦੀ ਵੀ ਲੋੜ ਹੈ, ਕਿਉਂਕਿ ਜਦੋਂ ਛਾਪੇ ਮਾਰੇ ਉਹਨਾਂ ਦੇ ਘਰਾਂ ਦੇ ਵਿੱਚ ਹੈਰਾਨੀ ਦੀ ਗੱਲ ਆ ਕਿ ਉਹਨਾਂ ਦੇ ਜਿਹੜੇ ਡਾਕੂਮੈਂਟਸ ਪਰਸਨਲ ਫੋਟੋਗ੍ਰਾਫ ਸੀ ਉਹ ਇੰਡੀਅਨ ਮੀਡੀਆ ਤੱਕ ਕਿਵੇਂ ਪਹੁੰਚੇ। ਇੱਥੇ ਦੀ ਪੁਲਿਸ ਸੀ ਜਿਨ੍ਹਾਂ ਨੇ ਇਹਨਾਂ ਦੀ ਫੋਟੋਗ੍ਰਾਫ ਲੀਕ ਕੀਤੇ। ਫਿਰ ਪੁਲਿਸ ਉਹਨਾਂ ਦੇ ਘਰ ਬੈਠੀ ਆ ਤਾਂ ਇੰਡੀਅਨ ਮੀਡੀਆ ਦੇ ਵਿੱਚ ਉਹਨਾਂ ਦੇ ਜਿਹੜਾ ਸਾਰਾ ਜਾਣਕਾਰੀ ਦਿੱਤੀ ਜਾ ਰਹੀ ਮੀਡੀਆ ਦੇ ਵਿੱਚ। ਤਾਂ ਕਹਿ ਲਓ ਹੈਰਾਨੀ ਦੀ ਗੱਲ ਆ ਕਿ ਉਹਨਾਂ ਨੂੰ ਵਕੀਲ ਉਦੋਂ ਨਹੀਂ ਕਰਨ ਦਿੱਤਾ ਸੀ ਉਹਨਾਂ ਨੂੰ, ਪਰ ਮੀਡੀਆ ਤੱਕ ਇਹ ਸਾਰੀ ਜਿਹੜੀ ਸੀ ਗੱਲ ਉਹ ਪਹੁੰਚੀ। ਉਹਨਾਂ ਦੇ ਘਰਾਂ ਨੂੰ ਤੰਗ ਕੀਤਾ, ਪਰਿਵਾਰਾਂ ਨੂੰ ਤੰਗ ਕੀਤਾ, ਉਦੋਂ ਉਹਨਾਂ ਦੇ ਕੁਝ ਸਮਾਨ ਵੀ ਨਹੀਂ ਵਾਪਸ ਦਿੱਤਾ। ਸੋ ਉਹ ਕੀ ਹੋਇਆ ਕੀ ਨਹੀਂ ਹੋਇਆ ਤਾਂ ਹੈਰਾਨੀ ਦੀ ਗੱਲ ਆ। ਤਾਂ ਉਹਨਾਂ ਇਹ ਕਹਿ ਰਹੀ ਪੁਲਿਸ ਆਪਣੀ ਸਟੇਟਮੈਂਟ ਦੇ ਵਿੱਚ ਕਿ ਕਈਆਂ ਨੇ ਸਾਡੀ ਸਟੇਟਮੈਂਟ ਨਹੀਂ ਪਸੰਦ ਕਰਨੀ, ਜਦੋਂ ਤਸੱਲੀ ਨਹੀਂ ਹੁੰਦੀ ਤਾਂ ਫਿਰ ਆਪੇ ਹੀ ਨਹੀਂ ਪਸੰਦ ਹੋਣਾ ਉਹਦੀ ਜਿਹੜੀ ਸਟੇਟਮੈਂਟ ਆ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਹੜੇ ਸਾਡੇ ਮੁਖੀ ਆ ਲੀਡਰ ਹਨ, ਉਸ ਵੇਲੇ ਬੜਾ ਜੋਸ਼ ਦੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਪੁਲਿਸ ਜਿਹੜੇ ਆ ਜਿਨ੍ਹਾਂ ਨੇ ਸਿੰਘਾਂ ਨਾਲ ਜੋੜੇ ਕੰਮ ਕੀਤੇ ਕਿ ਉਹਨਾਂ ਨੂੰ ਆਪਣੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਥਾਂ ਨਹੀਂ ਦੇਣਾ ਪ੍ਰਚਾਰ ਕਰਨ ਵਾਸਤੇ। ਪਰ ਅਸੀਂ ਇਸ ਚੀਜ਼ ਨੂੰ ਭੁੱਲ ਕੇ ਉਹਨਾਂ ਨੂੰ ਵਾਪਸ ਫੇਰ ਸੁਲ੍ਹਾ ਕਰਕੇ ਤਾਂ ਫਿਰ ਇਹਦਾ ਨਤੀਜਾ ਇਹੀ ਨਿਕਲਿਆ ਕਿ ਪੁਲਿਸ ਨੇ ਸਾਡੇ ਸਿੰਘਾਂ ਦੇ ਦਰਵਾਜ਼ੇ ਖੜਕਾ ਕੇ ਉਹਨਾਂ ਨੂੰ ਚੱਕ ਕੇ ਲੈ ਕੇ ਜਾ ਕੇ ਪਰਿਵਾਰ ਨੂੰ ਡਰਾ ਕੇ ਕਿ ਉਹਨਾਂ ਨੂੰ ਇੰਡੀਆ ਵਾਪਸ ਇਹ ਜਾਣ ਲਏ ਆ ਤਾਂ ਉਹਨਾਂ ਦੇ ਜਹਾਜ਼ ਰੈਡੀ ਆ। ਤਾਂ ਇਹਦਾ ਨਤੀਜਾ ਇਹੀ ਨਿਕਲਿਆ। ਸੋ ਜਿਹੜੇ ਮੇਰੇ ਹਿਸਾਬ ਨਾਲ ਇਹਦੇ ਨਾਲੋਂ ਨਾ ਹੀ ਬਿਆਨ ਦਿੰਦੇ ਪੁਲਿਸ ਤਾਂ ਚੰਗੀ ਸੀ, ਪਰ ਇਹ ਜਿਹੜੇ ਸਿੱਖ ਪੁਲਿਸ ਦੇ ਵਿੱਚ ਹੈਗੇ ਆ, ਜੇ ਉਹ ਚਾਹੁੰਦੇ ਆ ਕਿ ਇਹਦਾ ਕੋਈ ਫੈਸਲਾ ਹੋਵੇ ਤਾਂ ਇਹਦਾ ਪੂਰੀ ਜਾਂਚ ਹੋਣੀ ਚਾਹੀਦੀ, ਜਿਹਦੇ ਵਿੱਚ ਪਤਾ ਲੱਗੇ ਕਿ ਪੁਲਿਸ ਦਾ ਮਕਸਦ ਕੀ ਸੀ ਉਹਨਾਂ ਦੇ ਘਰ ਰੇਡ ਕਰਨ ਨੂੰ, ਤਾਂ ਕਿਵੇਂ ਇਹ ਸਾਰਾ ਜੋ ਡਾਕੂਮੈਂਟ ਸੀ ਉਹ ਕਿਵੇਂ ਇੰਡੀਆ ਦੇ ਹਵਾਲੇ ਜਿਹੜੇ ਮੀਡੀਆ ਉਹ ਕਿਵੇਂ ਉਹਦੇ ਤੱਕ ਪਹੁੰਚੇ। ਸੋ ਇਹ ਜ਼ਰੂਰੀ ਆ ਕਿ ਇਸ ਪਾਸੇ ਨਾ ਚਿੱਤਾ ਭੁੱਲੇ ਸਾਨੂੰ ਕਿ ਕੀ ਹੋਇਆ ਸਿੰਘਾਂ ਦੇ ਨਾਲ। ਤਾਂ ਜਿਹੜਾ ਕਸੂਰਵਾਦ ਇਹਦੇ ਵਿੱਚ ਹੈਗੇ ਹਨ, ਕੇਵਲ ਅਸੀਂ ਨਿਸ਼ਾਨਾ ਕਿਸੇ ਪਾਸੇ ਲਾਉਣਾ ਚਾਹੁੰਦੇ ਆ ਤੇ ਜਿੱਥੇ ਨਿਸ਼ਾਨਾ ਲੱਗ ਸਕਦਾ ਉਹ ਰਹਿ ਜਾਂਦਾ। ਸੋ ਇਹ ਇਸ ਕਰਕੇ ਇਤਨੀਆਂ ਜੋ ਬੇਨਤੀਆਂ ਹਨ ਉਹ ਪ੍ਰਵਾਨ ਕਰਨੀਆਂ ਜੀ। ਦਾਸ ਖੇਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।